ਸਤਿ ਸ਼੍ਰੀ ਅਕਾਲ। मैं हाँ जसवीर ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ। ਕਾਨੂੰਨ ਰੱਦ ਕਰਨ ਤੋਂ ਸਰਕਾਰ ਨੇ ਕੀਤੀ ਕੋਰੀ ਨਾ। ਹੁਣ 15 ਜਨਵਰੀ ਨੂੰ ਹੋਵੇਗੀ ਅਗਲੇ ਗੇੜ ਦੀ ਗੱਲਬਾਤ। ਅਬੋਹਰ 'ਚ ਕਿਸਾਨਾਂ ਨੇ ਭਾਜਪਾ ਦੀ ਬੈਠਕ ਦਾ ਕੀਤਾ ਘਿਰਾਓ। ਆਮੋ ਸਾਹਮਣੇ ਹੋਏ ਕਿਸਾਨ ਤੇ ਭਾਜਪਾ ਆਗੂਆਂ ਵਿਚਾਲੇ ਹੋਈ ਨਾਅਰੇਬਾਜ਼ੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸੰਭਾਲੇ ਹਾਲਾਤ। ਮਨਪ੍ਰੀਤ ਬਾਦਲ ਨੇ ਸਰਕਾਰ ਨੂੰ ਖੇਤੀ ਕਾਨੂੰਨ 6 ਮਹੀਨੇ ਲਈ ਠੰਡੇ ਬਸਤੇ 'ਚ ਪਾਉਣ ਦਾ ਦਿੱਤਾ ਸੁਝਾਅ। ਉਧਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਮੋਦੀ ਸਰਕਾਰ ਤੋਂ ਕੋਈ ਉਮੀਦ ਨਹੀਂ, ਅਦਾਲਤ ਤੋਂ ਹੀ ਮਿਲ ਸਕਦਾ ਹੈ ਕਿਸਾਨਾਂ ਨੂੰ ਇਨਸਾਫ। ਟੋਲ ਪਲਾਜ਼ਿਆਂ ਤੇ ਕਿਸਾਨ ਅੰਦੋਲਨ ਦਾ ਅਸਰ ਸ਼ੁਰੂ। ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਤੇ ਕੰਪਨੀ ਨੇ ਬਿਨਾਂ ਨੋਟਿਸ ਅਤੇ ਤਨਖਾਹ ਦਿੱਤੇ ਕੱਢੇ ਮੁਲਾਜ਼ਮ। ਭੜਕੇ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਕੀਤੀ ਨਾਅਰੇਬਾਜ਼ੀ। ਅਤੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬੇਬੇ ਮਹਿੰਦਰ ਕੌਰ ਨੇ ਕੀਤਾ ਕੰਗਣਾ ਰਣੌਤ ਤੇ ਮਾਣਹਾਨੀ ਦਾ ਕੇਸ। ਕੰਗਣਾ ਨੇ ਬੇਬੇ ਤੇ ਕੀਤੀ ਸੀ ਟਵਿੱਟਰ ਤੇ ਵਿਵਾਦਿਤ ਟਿੱਪਣੀ। ਇਸ ਮਾਮਲੇ 'ਚ ਦਲਜੀਤ ਦੋਸਾਂਝ ਨਾਲ ਵੀ ਹੋਈ ਸੀ ਕੰਗਣਾ ਦੀ ਝੜਪ। ਤੇ ਹੁਣ ਖਬਰਾਂ ਦਾ ਵਿਸਥਾਰ। ਕੇਂਦਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਅੱਜ 8ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ। ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ 1 ਘੰਟੇ ਤੱਕ ਬੈਠਕ ਹੋਈ, ਜਿਸ ਵਿੱਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ ਮੌਜੂਦ ਸਨ। ਇਸ ਤੋਂ ਬਾਅਦ ਇਹ ਮੰਤਰੀ ਵਿਗਿਆਨ ਭਵਨ ਪਹੁੰਚੇ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਦੀ ਗੱਲਬਾਤ ਤੋਂ ਬਹੁਤੇ ਆਸਵੰਦ ਨਹੀਂ ਸਨ, ਕਿਉਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਇਹ ਬਿਆਨ ਦੇ ਕੇ ਆਪਣਾ ਰੁਖ ਸਾਫ਼ ਕਰ ਦਿੱਤਾ ਸੀ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ। ਇਸ ਤੋਂ ਇਲਾਵਾ ਹੋਰ ਮੁੱਦਿਆਂ ਤੇ ਸਰਕਾਰ ਚਰਚਾ ਲਈ ਤਿਆਰ ਹੈ, ਜਦਕਿ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ। ਮੰਤਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਾਫੀ ਸਮੇਂ ਇਕੱਲੇ ਵੱਖਰੇ ਕਮਰੇ 'ਚ ਵਿਚਾਰ ਵਟਾਂਦਰਾ ਕੀਤਾ। ਬੈਠਕ ਦੌਰਾਨ ਦੋਵਾਂ ਧਿਰਾਂ ਵਿਚਾਲੇ ਖੇਤੀ ਕਾਨੂੰਨਾਂ ਦਾ ਰੇੜਕਾ ਕਾਇਮ ਰਿਹਾ। ਕਿਸਾਨਾਂ ਨੇ ਅੱਜ ਲੰਚ ਵੀ ਨਹੀਂ ਕੀਤਾ। ਅੱਜ ਇੱਕ ਵਾਰ ਫਿਰ ਕਿਸਾਨਾਂ ਨੇ ਮੌਨ ਧਾਰ ਲਿਆ ਤੇ ਨਵਾਂ ਨਾਅਰਾ ਸਾਹਮਣੇ ਲਿਆਂਦਾ। ਕਿਸਾਨਾਂ ਨੇ ਲਿਖਿਆ ਜਾਂ ਜਿੱਤਾਂਗੇ ਜਾਂ ਮਰਾਂਗੇ। ਹੁਣ ਗੱਲਬਾਤ ਲਈ ਅਗਲੀ ਤਰੀਕ 15 ਜਨਵਰੀ ਰੱਖੀ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਦੇ ਰਵੱਈਏ ਤੇ ਨਿਰਾਸ਼ਾ ਪ੍ਰਗਟਾਈ ਹੈ ਤੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ। ਜਿਹੜੇ ਕਾਨੂੰਨ ਸਾਡੇ ਵੱਸ ਦੀ ਗੱਲ ਨਹੀਂ, ਜਿਸ ਤਰ੍ਹਾਂ ਸਾਨੂੰ ਸਰਕਾਰ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਾਨੂੰਨ ਨਹੀਂ ਰੱਦ ਕਰ ਸਕਦੇ। ਤੁਸੀਂ ਕਹਿੰਦੇ ਆ ਕਾਨੂੰਨ ਰੱਦ ਕਰੋ, ਮਤਲਬ ਅਸੀਂ ਕਿਤੇ ਨਾ ਕਿਤੇ ਤੁਸੀਂ ਮਜਬੂਰ ਤੇ ਅਸੀਂ ਤੁਹਾਡਾ ਰਿਸਪੌਂਸ ਇਹ ਸੀ ਅਸੀਂ ਚੁੱਪ ਕਰਕੇ ਬੈਠ ਗਏ ਸੀਗੇ। ਅਸੀਂ ਕਿਹਾ ਅਸੀਂ ਤਾਂ ਅਪੀਲ ਕਰਾ ਕੇ ਜਾਣਾ ਕਾਨੂੰਨਾਂ ਨੂੰ, ਪਰ ਉਹ ਉਸ ਗੱਲ ਤੇ ਬੇਦ ਸਨ ਕਿ ਨਹੀਂ। ਫਿਰ ਆਉਣ ਵਾਲੀ ਉਹਨਾਂ ਨੇ ਇੱਕ ਡੇਟ ਦੇ ਦਿੱਤੀ 15 ਤਰੀਕ ਨੂੰ ਕਿ ਤੁਸੀਂ ਇਹ 15 ਤਰੀਕ ਨੂੰ ਆ ਜਾਓ 12 ਵਜੇ, ਫਿਰ ਬੈਠ ਕੇ ਫਿਰ ਵਿਚਾਰ ਕਰ ਲਾਂਗੇ ਜਦ ਤੱਕ ਕੋਈ ਸੁਪਰੀਮ ਕੋਰਟ ਦਾ ਵੀ ਜਦੋਂ ਫੈਸਲਾ ਆਉਂਦਾ ਜਾਂ ਕਿੱਦਾਂ ਹੈ। ਮੀਟਿੰਗ ਦੇਖੋ 15 ਤਰੀਕ ਦੀ ਹੁਣ ਹੋਣੀ ਆ। ਫਿਰ ਉਹਨਾਂ ਨੇ ਵਿਚਾਰ ਵਟਾਂਦਰਾ ਕਰਨਾ ਹੈ, ਆਪਣੇ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਹੈ, ਉੱਚ ਅਧਿਕਾਰੀਆਂ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕਰਨਾ, ਕਿਉਂਕਿ ਉਹਨਾਂ ਕੋਲ ਜਿੰਨੀ ਕੁ ਪਾਵਰ ਸੀ ਉਹਨਾਂ ਨੇ ਉਹ ਪਾਵਰ ਕਹਿ ਦਿੱਤੀ ਗਈ ਆ ਕਿ ਜਿਹੜੇ ਆ ਇਹ ਕਾਨੂੰਨ ਆ ਰਿਪੀਲ ਨਹੀਂ ਹੋਣੇ। ਪਰ ਫਿਰ ਵੀ ਦੁਬਾਰਾ ਮੀਟਿੰਗ ਰੱਖ ਲਈ ਗਈ ਆ। ਸਰਕਾਰ ਦੀ ਮਨਸ਼ਾ ਠੀਕ ਨਹੀਂ ਲੱਗਦੀ। ਸਰਕਾਰ ਜਿਹੜੀ ਆ ਇਹਨੂੰ ਲਮਕਾਉਣਾ ਚਾਹੁੰਦੀ ਆ, ਕਿਸਾਨਾਂ ਨੂੰ ਅਕਾਉਣਾ ਚਾਹੁੰਦੀ, ਟਿਕਾਉਣਾ ਚਾਹੁੰਦੀ ਆ। ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਜਿਹੜੀ ਆ ਉਹ ਮੈਨੂੰ ਬੇਵਸ ਲੱਗਦੀ ਆ, ਕਿਸੇ ਦਬਾਅ ਹੇਠ ਲੱਗਦੀ ਆ। ਅਬੋਹਰ 'ਚ ਉਸ ਵੇਲੇ ਕਿਸਾਨਾਂ ਤੇ ਭਾਜਪਾ ਆਗੂਆਂ 'ਚ ਟਕਰਾਅ ਦਾ ਖਤਰਾ ਪੈਦਾ ਹੋ ਗਿਆ ਜਦ ਕਿਸਾਨਾਂ ਵੱਲੋਂ ਭਾਜਪਾ ਦੀ ਬੈਠਕ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਜਿੱਥੇ ਕਿਸਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਭਾਜਪਾ ਆਗੂਆਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੌਕੇ ਤੇ ਮੌਜੂਦ ਪੁਲਿਸ ਨੇ ਬੜੀ ਮੁਸ਼ਕਲ ਨਾਲ ਹਾਲਾਤ ਸੰਭਾਲੇ ਤੇ ਭਾਜਪਾ ਆਗੂਆਂ ਨੂੰ ਉੱਥੋਂ ਬਾਹਰ ਕੱਢਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਭਾਜਪਾ ਦਾ ਵਿਰੋਧ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਇੱਕ ਪਾਸੇ ਕਿਸਾਨਾਂ ਵੱਲੋਂ ਕੇਂਦਰ ਦੇ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਘੇਰ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਵੱਖ-ਵੱਖ ਥਾਵਾਂ ਤੇ ਭਾਜਪਾ ਦੇ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਤਹਿਤ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਅਬੋਹਰ ਦੀ ਅਰੋੜ ਵੰਸ਼ ਧਰਮਸ਼ਾਲਾ ਵਿੱਚ ਕੀਤੀ ਜਾ ਰਹੀ ਬੈਠਕ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਘੇਰਾ ਪਾ ਲਿਆ, ਜਿਸ ਕਾਰਨ ਭਾਜਪਾ ਦੀ ਲੀਡਰਸ਼ਿਪ ਨੂੰ ਮੀਟਿੰਗ ਜਲਦੀ ਨੇਪਰੇ ਚਾੜ ਕੇ ਜਾਣਾ ਪਿਆ। ਇਸ ਦੌਰਾਨ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਭਾਜਪਾ ਆਗੂਆਂ ਨੂੰ ਕਰਨਾ ਪਿਆ। ਜਾਣਕਾਰੀ ਅਨੁਸਾਰ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜਿਆ ਤੇ ਵਿਧਾਇਕ ਅਰੁਣ ਨਾਰੰਗ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋ ਰਹੀ ਸੀ। ਇਸ ਮੌਕੇ ਨੌਜਵਾਨ ਕਿਸਾਨ ਇਕੱਠੇ ਹੋ ਕੇ ਧਰਮਸ਼ਾਲਾ ਦੇ ਗੇਟ ਉੱਤੇ ਪਹੁੰਚ ਗਏ। ਉਹਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਦੇ ਲੀਡਰਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੀ ਸੂਚਨਾ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਪਹਿਲਾਂ ਭਾਜਪਾ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੀ ਮੀਟਿੰਗ ਨੂੰ ਜਲਦੀ ਨੇਪਰੇ ਚਾੜ ਲੈਣ। ਇਸ ਦੌਰਾਨ ਵਿਧਾਇਕ ਅਰੁਣ ਨਾਰੰਗ ਦੀ ਗੱਡੀ ਨੂੰ ਵੀ ਕਿਸਾਨਾਂ ਨੇ ਘੇਰਾ ਪਾ ਲਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਭਾਜਪਾ ਦੀ ਕੋਈ ਵੀ ਬੈਠਕ ਪੰਜਾਬ ਵਿੱਚ ਨਹੀਂ ਹੋਣ ਦੇਣਗੇ। ਠੀਕ ਹੈ ਜੀ, ਸਾਨੂੰ ਇੱਥੇ ਪਤਾ ਲੱਗਿਆ ਇਹਨਾਂ ਦੀ ਮੀਟਿੰਗ ਹੋਈ ਜਾਂਦੀ ਹੈ। ਅਸੀਂ ਇਹਨਾਂ ਦੀ ਮੀਟਿੰਗ ਨਹੀਂ ਹੋਣ ਦਿੰਦੇ। ਬੀਜੇਪੀ ਸਰਕਾਰ ਦੀ ਅਸੀਂ ਇਹਨਾਂ ਦੀ ਮੀਟਿੰਗ ਨਹੀਂ ਹੋਣ ਦਿੰਦੇ, ਕਿਸੇ ਹਾਲਤ 'ਚ ਨਹੀਂ ਹੋਣ ਦਿੰਦੇ। ਸਾਨੂੰ ਕੁਝ ਵੀ ਹੋ ਜਾਏ ਅਸੀਂ ਇਹਨਾਂ ਦੀ ਵਿਰੋਧਤਾ ਕਰਾਂਗੇ। ਜਿੰਨਾ ਚਿਰ ਸਾਡੇ ਤਿੰਨੇ ਬਿੱਲ ਰੱਦ ਨਹੀਂ ਹੁੰਦੇ ਅਸੀਂ ਐਂ ਹੀ ਵਿਰੋਧਤਾ ਕਰਾਂਗੇ ਇਹਨਾਂ ਨੂੰ। ਸਾਨੂੰ ਕੁਝ ਵੀ ਹੋ ਜਾਏ, ਚਾਹੇ ਸਾਡੀ ਜਾਨ ਜਾਵੇ ਤਾਂ ਜਾਵੇ, ਪਰ ਅਸੀਂ ਇਹ ਨਹੀਂ ਹੋਣ ਦਿੰਦੇ। ਸਰ, ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਹਨ ਉਹਨਾਂ ਨੂੰ ਅਸੀਂ ਰੱਦ ਕਰਨ ਲਈ ਇੱਥੇ ਇਹ ਲੁਕਣ ਮੀਟਿੰਗਾਂ ਬੀਜੇਪੀ ਵਾਲੇ ਕਰਦੇ ਹਨ। ਅਸੀਂ ਇਹਨਾਂ ਦਾ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਔਰ ਇਹ ਮੀਟਿੰਗਾਂ ਅਸੀਂ ਹੋਣ ਨਹੀਂ ਦੇਣੀਆਂ ਜਦੋਂ ਤੱਕ ਮੋਦੀ ਸਰਕਾਰ ਆਪਦੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ। ਸਾਡੇ ਖਿਲਾਫ ਬੀਜੇਪੀ ਜਦੋਂ ਸਾਡੇ ਖਿਲਾਫ ਹੈ ਸਰ, ਸਾਡੇ ਇਸ ਖਿਲਾਫ ਬੀਜੇਪੀ ਹੈਗੀ ਹੈ। ਬੀਜੇਪੀ ਸਾਡੀ ਨਹੀਂ ਹੈਗੀ ਕਿਸਾਨ ਯੂਨੀਅਨ ਦੀ। ਜੇ ਸਾਡੇ ਨਾਲ ਚੱਲੇ ਵੀ ਕਹੋ ਰੱਦ ਕਰੋ, ਬੀਜੇਪੀ ਨੂੰ ਮੋਦੀ ਸਰਕਾਰ ਨੂੰ ਕਹਿਣ ਵੀ ਰੱਦ ਕਰਨੇ ਕਾਨੂੰਨ ਗੰਦੇ ਹੈਗੇ ਆ। ਇਸੇ ਕਰਕੇ ਜਦੋਂ ਵੀ ਇਹ ਮੀਟਿੰਗਾਂ ਕਰਨਗੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਜਦੋਂ ਤੱਕ ਸਾਡੇ ਕਿਸਾਨ ਯੂਨੀਅਨ ਵਾਲੇ ਬਿੱਲ ਰੱਦ ਨਹੀਂ ਹੁੰਦੇ, ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਉਧਰ ਦੂਜੇ ਪਾਸੇ ਵਿਧਾਇਕ ਅਰੁਣ ਨਾਰੰਗ ਦਾ ਕਹਿਣਾ ਸੀ ਕਿ ਇਹ ਹੰਗਾਮਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਭਾਜਪਾ ਆਉਣ ਵਾਲੀ ਮਿਊਨਿਸਪਲ ਚੋਣਾਂ ਵਿੱਚ ਭਾਗ ਲਵੇ, ਇਸ ਲਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਰੰਗ ਨੇ ਕਿਹਾ ਕਿ ਭਾਜਪਾ ਕਿਸਾਨਾਂ ਦਾ ਭਲਾ ਚਾਹੁੰਦੀ ਹੈ, ਪਰ ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ। ਮਿਊਨਿਸਪਲ ਕਮੇਟੀ ਦੇ ਚੁਣਾਵਾਂ ਦੀ ਇੱਕ ਮੀਟਿੰਗ ਰੱਖੀ ਸੀਗੀ। ਉਸ ਮੀਟਿੰਗ ਇਲੈਕਸ਼ਨ ਦੀ ਮੀਟਿੰਗ ਹੈ। ਪੰਜਾਬ ਸਰਕਾਰ ਨੇ ਮੀਟਿੰਗ ਅਨਾਉਂਸ ਕੀਤੀ, ਪੰਜਾਬ ਸਰਕਾਰ ਨੇ ਇਲੈਕਸ਼ਨ ਅਨਾਉਂਸ ਕੀਤੇ ਹੈ। ਉਹ ਇਲੈਕਸ਼ਨ ਪੰਜਾਬ ਸਰਕਾਰ ਦੇ ਕਹਿਣ ਤੇ ਅਸੀਂ ਮੀਟਿੰਗ ਰੱਖੀ ਹੈ। ਹਰੇਕ ਪਾਰਟੀ ਨੇ ਆਦਾ ਇਲੈਕਸ਼ਨ ਲੜਨਾ ਹੈ, ਆਦਾ ਚੁਣਾਵ ਲੜਨਾ ਹੈ। ਇਹ ਚੁਣਾਵ ਨੂੰ ਡਿਸਟਰਬ ਕਰਨ ਦੀ ਸਾਰੀ ਕਾਰਵਾਈ ਹੈ ਤਾਂ ਕਿ ਚੁਣਾਵ ਨਾ ਹੋ ਸਕੇ। ਦੇਖੋ, ਕਿਸਾਨਾਂ ਦਾ ਅੰਦੋਲਨ ਹੈ, ਅਸੀਂ ਕਿਸਾਨਾਂ ਦੇ ਨਾਲ ਹਾਂ। ਕਿਸਾਨਾਂ ਦਾ ਮਸਲਾ ਟੇਬਲ ਤੇ ਹੱਲ ਹੋਣਾ ਹੈ, ਮੇਜ਼ ਤੇ ਹੱਲ ਹੋਣਾ ਹੈ, ਗੱਲਬਾਤ ਕਰਕੇ ਹੱਲ ਹੋਣਾ ਹੈ। ਇਸ ਤਰ੍ਹਾਂ ਹੱਲ ਨਹੀਂ ਹੋਣਾ ਜਿਸ ਤਰ੍ਹਾਂ ਇਹ ਕਰਨਾ ਚਾਹੁੰਦੇ। ਭਾਜਪਾ ਇਲੈਕਸ਼ਨ ਲੜੂਗੀ, ਡਟ ਕੇ ਇਲੈਕਸ਼ਨ ਲੜੂਗੀ, ਲੇਕਿਨ ਇਹ ਡਿਸਟਰਬੈਂਸ ਹੈ। ਇਹ ਮੋਦੀ ਸਾਹਿਬ ਦੇ ਖਿਲਾਫ ਬੋਲ ਰਹੇ ਹੈ, ਗਲਤ ਬੋਲ ਰਹੇ ਹੈ। ਟੇਬਲ ਤੇ ਗੱਲ ਕਰਨ, ਟੇਬਲ ਤੇ ਇਹਨਾਂ ਦੇ ਲੀਡਰ ਗੱਲ ਕਰਨ, ਸਾਡੇ ਲੀਡਰ ਗੱਲ ਕਰਨਗੇ, ਟੇਬਲ ਤੇ ਗੱਲ ਕਰਨ, ਉੱਥੇ ਮਸਲੇ ਦਾ ਹੱਲ ਹੋਏਗਾ। ਅਸੀਂ ਵੀ ਇਹਨਾਂ ਦੇ ਨਾਲ ਹਾਂ, ਕਿਸਾਨਾਂ ਦੇ ਨਾਲ ਹਾਂ। ਅਸੀਂ ਦੱਸ ਦਈਏ ਕਿ ਕਿਸਾਨਾਂ ਵੱਲੋਂ ਪੰਜਾਬ ਵਿੱਚ ਹਰ ਥਾਂ ਭਾਜਪਾ ਦੇ ਸਮਾਗਮਾਂ ਉੱਤੇ ਉਹਨਾਂ ਦੇ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ, ਪਰ ਭਾਜਪਾ ਦੇ ਲੀਡਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਆਪਣੀਆਂ ਚੋਣ ਮੀਟਿੰਗਾਂ ਵਿੱਚ ਵਿਅਸਤ ਨੇ। ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਤੋਂ ਬਾਅਦ ਵੀ ਅਜੇ ਤੱਕ ਇਹ ਮਸਲਾ ਸੁਲਝਾਇਆ ਨਹੀਂ ਜਾ ਸਕਿਆ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਨ ਲਈ ਸਰਕਾਰ ਨੂੰ 2 ਸਲਾਹਾਂ ਦਿੱਤੀਆਂ ਨੇ। ਇਸ ਵਿੱਚ ਪਹਿਲੀ ਸਲਾਹ ਇਹ ਹੈ ਕਿ ਸਰਕਾਰ ਖੇਤੀ ਕਾਨੂੰਨ ਮੁੱਢੋਂ ਰੱਦ ਕਰ ਦੇਵੇ ਤੇ ਦੂਜੀ ਸਲਾਹ ਇਹ ਹੈ ਕਿ ਖੇਤੀ ਕਾਨੂੰਨਾਂ ਨੂੰ 6 ਮਹੀਨੇ ਲਈ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ। ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦੀ 8ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਮਨਪ੍ਰੀਤ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ। ਉਹ ਸ਼੍ਰੀ ਹਰਗੋਬਿੰਦਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦੀ 8ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ। ਮਨਪ੍ਰੀਤ ਬਾਦਲ ਸ਼੍ਰੀ ਹਰਗੋਬਿੰਦਪੁਰ ਵਿਖੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ 2 ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਪਹਿਲਾ ਅਤੇ ਸੌਖਾ ਤਰੀਕਾ ਇਹ ਹੈ ਕਿ ਸਰਕਾਰ ਬਿਨਾਂ ਕਿਸੇ ਦੇਰੀ ਦੇ ਇਹ ਕਾਨੂੰਨ ਵਾਪਸ ਲੈ ਲਵੇ, ਪਰ ਸਰਕਾਰ ਦੀ ਈਗੋ ਇਸ ਵਿੱਚ ਅੜਿੱਕਾ ਬਣ ਰਹੀ ਹੈ। ਦੂਜਾ ਤਰੀਕਾ ਇਹ ਹੈ ਕਿ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ 6 ਮਹੀਨੇ ਲਈ ਠੰਡੇ ਬਸਤੇ ਵਿੱਚ ਪਾ ਦੇਵੇ। ਇਹਨਾਂ 6 ਮਹੀਨਿਆਂ ਵਿੱਚ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾ ਸਕਦੀ ਹੈ ਅਤੇ ਕਿਸਾਨ ਸਰਕਾਰ ਨੂੰ ਕਾਨੂੰਨਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸ ਸਕਦੇ ਨੇ। 2 ਹੀ ਹੱਲ ਨਿਕਲ ਸਕਦੇ ਸੀਗੇ। ਇੱਕ ਤਾਂ ਸੀ ਕਿ ਸੈਂਟਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਂਦੀ, ਪਰ ਉਹ ਉਸ ਜ਼ਿੱਦ ਤੇ ਅੜੇ ਹੋਏ ਆ, ਉਸ ਈਗੋ ਤੇ ਖੜੇ ਆ ਕਿ ਅਸੀਂ ਇਹਨਾਂ ਨੂੰ ਵਾਪਸ ਨਹੀਂ ਲੈਣਾ। ਔਰ ਮੇਰੀ ਇੱਕ ਜ਼ਾਤੀ ਰਾਏ ਇਹਨਾਂ ਨੂੰ ਇਹ ਵੀ ਸੀ ਕਿ ਤੁਸੀਂ ਇਹਨਾਂ ਨੂੰ 6 ਮਹੀਨਿਆਂ ਵਾਸਤੇ ਵਾਪਸ ਲੈ ਲਓ। ਤੁਸੀਂ ਵੀ ਵਿਚਾਰ ਜਿਹੜਾ ਇੱਕ ਵਾਰੀ ਫੇਰ ਕਰ ਲਓ
ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਵਿਚਾਰ ਕਰ ਲੈਣ, ਇੱਕ ਦੂਜੇ ਨੂੰ ਐਜੂਕੇਟ ਕਰੋ। ਜੇ ਤੁਸੀਂ ਸਮਝਦੇ ਹੋ ਕਿ ਇਹ ਬਿਹਤਰ ਹੈ ਤਾਂ ਉਹ ਕਿਸਾਨਾਂ ਨੂੰ ਸਮਝਾ ਦਿਓ, ਕਿਸਾਨ ਤੁਹਾਨੂੰ ਸਮਝਾ ਦੇਣਗੇ। ਜੇ 6 ਮਹੀਨਿਆਂ ਵਾਸਤੇ ਕਾਨੂੰਨ ਜਿਹੜੇ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਠੰਡੇ ਬਸਤੇ 'ਚ ਰੱਖ ਲੈਣ, ਤਾਂ ਇਹ ਵੀ ਇੱਕ ਹੱਲ ਜਿਹੜਾ ਹੈ ਨਿਕਲ ਸਕਦਾ ਸੀ ਕਿ ਉਹ ਸਰਕਾਰ ਨੂੰ ਵੀ ਲੱਗੇ ਕਿ ਸਾਨੂੰ ਪਿੱਛੇ ਨਾ ਹਟਣਾ ਪਿਆ। ਪਰ ਜਿਹੜਾ ਇਹ ਦੂਸਰਾ ਮੁਤਾਲਬਾ ਹੈ ਕਿ ਜਿਹੜੇ ਸਟੇਟ ਚਾਹੁੰਦੇ ਹੈ ਕਿ ਇਹ ਬੈਟਰ ਹੈ, ਉਹ ਉਹਦੇ 'ਤੇ ਆਪਦੀ ਸਹਿਮਤੀ ਕਹਿ ਦੇਣ। ਜਿਹੜੇ ਕਹਿੰਦੇ ਵੀ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ, ਤਾਂ ਇਹ ਪੰਜਾਬ ਤੇ ਹਰਿਆਣਾ ਤਾਂ ਪੱਕਾ ਫਿਰ ਇਸ ਕੰਮ ਤੇ ਹੈ ਵੀ ਅਸੀਂ ਇਹ ਕਾਨੂੰਨ ਜਿਹੜੇ ਹੈ ਪੰਜਾਬ 'ਚ ਲਾਗੂ ਨਹੀਂ ਹੋਣ। ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਹੈ ਕਿ ਪੰਜਾਬ ਵਿੱਚ ਖੇਤੀ ਕਾਨੂੰਨ ਲਾਗੂ ਹੋ ਚੁੱਕੇ ਨੇ। ਬਾਦਲ ਮੁਤਾਬਕ ਨਵੇਂ ਕਾਨੂੰਨਾਂ ਮੁਤਾਬਕ ਪੈਨ ਕਾਰਡ ਰੱਖਣ ਵਾਲਾ ਕੋਈ ਵੀ ਵਿਅਕਤੀ ਫਸਲ ਖਰੀਦ ਸਕਦਾ ਹੈ ਅਤੇ ਇਸ ਦੇ ਲਈ ਉਸ ਨੂੰ ਮੰਡੀ ਫੀਸ ਦੇਣ ਦੀ ਜ਼ਰੂਰਤ ਨਹੀਂ ਹੈ। ਪਰ ਪੰਜਾਬ ਵਿੱਚ ਜੋ ਖਰੀਦ ਕੀਤੀ ਗਈ ਹੈ ਉਹ ਆੜ੍ਹਤੀਆਂ ਰਾਹੀਂ ਹੀ ਕੀਤੀ ਗਈ ਹੈ ਅਤੇ ਇਸ ਦੇ ਲਈ ਮੰਡੀ ਫੀਸ ਭਰੀ ਗਈ ਹੈ। ਕਾਨੂੰਨ ਜਿਹੜੇ ਹੈ ਇਹਨਾਂ ਨੇ ਕੀ ਲੈ ਕੇ ਆਏ ਹੈ? ਇੱਕ ਤਾਂ ਕਾਨੂੰਨ ਇਹ ਲੈ ਕੇ ਆਏ ਹੈ ਵੀ ਕੋਈ ਵੀ ਬੰਦਾ ਜਿਹਦੇ ਕੋਲੇ ਸਿਰਫ ਪੈਨ ਕਾਰਡ ਹੈ, ਕੱਲਾ ਪੈਨ ਕਾਰਡ ਹੈ, ਉਹ ਵੀ ਆ ਕੇ ਖਰੀਦਾ ਫਰੋਖਤ ਕਰ ਸਕਦਾ ਹੈ, ਮੰਡੀ ਤੋਂ ਬਾਹਰ ਕਰ ਸਕਦਾ ਹੈ ਔਰ ਬਿਨਾਂ ਮੰਡੀ ਦਾ ਟੈਕਸ ਦੇ ਉਹ ਵਪਾਰ ਕਰ ਸਕਦਾ ਹੈ। ਸੋ ਪੰਜਾਬ ਦੇ ਵਿੱਚ ਇਹ ਤਿੰਨਾਂ ਕਾਨੂੰਨਾਂ ਦੇ ਵਿੱਚ ਇੱਕ ਵੀ ਕਾਨੂੰਨ ਲਾਗੂ ਨਹੀਂ ਹੋਇਆ। ਤੁਹਾਡੇ ਸਾਹਮਣੇ ਸਾਰਾ ਝੋਨਾ ਵਿਕਿਆ ਔਰ ਜਿਹੜੇ ਲਾਇਸੈਂਸ ਸ਼ੁਦਾ ਜਿਹੜੇ ਆੜ੍ਹਤੀ ਹੈ ਉਹਨਾਂ ਦੇ ਜ਼ਰੀਏ ਵਿਕਿਆ। ਮੰਡੀ ਫੀਸ ਜਿਹੜੀ ਹੈ ਉਹ ਪੂਰੀ ਦਿੱਤੀ ਗਈ ਹੈ ਔਰ ਕਿਸੇ ਵੀ ਬੰਦੇ ਨੂੰ ਜਿਹਦੇ ਕੋਲੇ ਲਾਇਸੈਂਸ ਨਹੀਂ ਹੈ ਉਹਨੂੰ ਪੰਜਾਬ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਹੀਂ ਹੈ। ਸੋ ਇਸ ਕਰਕੇ ਇਹ ਕਾਨੂੰਨ ਲਾਗੂ ਨਹੀਂ ਹੋਇਆ ਜੀ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨਾਲ 8ਵੇਂ ਗੇੜ ਦੀ ਅਹਿਮ ਗੱਲਬਾਤ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਛੱਡ ਕੇ ਕਿਸਾਨਾਂ ਦੀ ਕਿਸੇ ਵੀ ਤਜਵੀਜ਼ ਤੇ ਗੌਰ ਕਰਨ ਲਈ ਸਰਕਾਰ ਤਿਆਰ ਹੈ। ਦੂਜੇ ਪਾਸੇ ਕਿਸਾਨਾਂ ਨੂੰ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦੀ ਅੱਜ ਦੀ ਗੱਲਬਾਤ ਦਾ ਵੀ ਕੋਈ ਨਤੀਜਾ ਨਹੀਂ ਨਿਕਲੇਗਾ। ਇਸ ਸੰਭਾਵਨਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਹੀ ਜਤਾ ਦਿੱਤੀ। ਹਰਸਿਮਰਤ ਕੌਰ ਬਾਦਲ ਮੁਤਾਬਕ ਕੇਂਦਰ ਸਰਕਾਰ ਕਦੀ ਵੀ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ। ਹੁਣ ਅਦਾਲਤ ਹੀ ਕਿਸਾਨਾਂ ਨੂੰ ਇਨਸਾਫ ਦੇ ਸਕਦੀ ਹੈ। ਕਿਸਾਨਾਂ ਤੇ ਵਿਵਾਦਿਤ ਟਿੱਪਣੀਆਂ ਕਰਨ ਲਈ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਆਗੂਆਂ ਤੇ ਖਾਸ ਤੌਰ ਤੇ ਸੁਰਜੀਤ ਕੁਮਾਰ ਜਿਆਣੀ ਨੂੰ ਵੀ ਲੰਬੇ ਹੱਥੀਂ ਲਿਆ। ਹਰਸਿਮਰਤ ਕੌਰ ਬਾਦਲ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਭਾਜਪਾ ਇਕਾਈ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਅਤੇ ਕਿਸਾਨਾਂ ਉੱਤੇ ਰਾਜਨੀਤੀ ਕਰਨ ਲਈ ਉਹਨਾਂ ਦੀ ਸਖਤ ਨਿਖੇਧੀ ਕੀਤੀ ਹੈ। ਬਠਿੰਡਾ ਏਮਸ ਤੋਂ ਪਿੰਡ ਬਾਦਲ ਦੇ ਸਿਵਲ ਹਸਪਤਾਲ ਲਈ ਸ਼ੁਰੂ ਕੀਤੀ ਜਾ ਰਹੀ ਬੱਸ ਨੂੰ ਹਰੀ ਝੰਡੀ ਵਿਖਾਉਣ ਪਹੁੰਚੀ ਹਰਸਿਮਰਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨ ਸੰਘਰਸ਼ ਅਤੇ ਇਸ ਨਾਲ ਜੁੜੇ ਲੋਕਾਂ ਬਾਰੇ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ। ਹਰਸਿਮਰਤ ਬਾਦਲ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ ਜਿਆਣੀ ਪ੍ਰਧਾਨ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਦੇ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਦਿਖਾਉਂਦੇ, ਪਰ ਇਸ ਦੇ ਉਲਟ ਉਹ ਕਿਸਾਨ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਛੱਡਣ ਲਈ ਕਹਿ ਰਹੇ ਨੇ। ਤੇ ਬੜਾ ਦੁੱਖ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ, ਲੇਕਿਨ ਮਿਲਣ ਤੋਂ ਬਾਅਦ ਇਹ ਨਹੀਂ ਆ ਕੇ ਕਿਹਾ ਕਿ ਚੰਦ ਘੰਟਿਆਂ ਦੇ ਵਿੱਚ ਜਾਂ ਚੰਦ ਦਿਨਾਂ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦੀ ਮੰਗ ਕਿ ਇਹ ਕਾਨੂੰਨ ਵਾਪਸ ਕੀਤੇ ਜਾ ਰਹੇ, ਕਿੰਨੇ ਛੇਤੀ ਇਹ ਵਾਪਸ ਹੋਣਗੇ, ਇਹਦੀ ਕੋਈ ਗੱਲ ਨਾ ਕਰਦੇ ਹੋਏ ਹੁਣ ਕਿਸਾਨਾਂ ਦੇ ਤੇ ਲੋਕਾਂ ਦੇ ਸੰਘਰਸ਼ ਨੂੰ ਹੀ ਬਦਨਾਮ ਕਰਨ 'ਚ ਇਹ ਵੀ ਉਸ ਪਾਸੇ ਤੁਰ ਗਏ ਨੇ। ਤਾਂ ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੈ ਕਿ ਇੱਕ ਪਾਸੇ ਇਹਨਾਂ ਦੀ ਪਾਰਟੀ ਕਿਸਾਨਾਂ ਤੋਂ ਬਿਨਾਂ ਪੁੱਛੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ, ਜਦ ਕਿਸਾਨ ਇਹਦੇ ਖਿਲਾਫ ਵਿਰੋਧ ਕਰਨ ਤਾਂ ਕਦੇ ਉਹਨਾਂ ਨੂੰ ਮਾਓਇਸਟ, ਕਦੇ ਉਹਨਾਂ ਨੂੰ ਨਕਸਲ, ਕਦੇ ਉਹਨੂੰ ਵਿਚੋਲੀਏ, ਕਦੇ ਪਾਕਿਸਤਾਨ ਦੇ ਏਜੰਟ, ਕਦੇ ਚੀਨ ਦਾ, ਤੇ ਹੁਣ ਕਹਿੰਦੇ ਲੀਡਰਹੀਨ ਹੋ ਗਏ ਨੇ। ਮੈਨੂੰ ਲੱਗਦਾ ਹੈ ਕਿ ਸਾਰੇ ਸ਼ਾਇਦ ਭਾਜਪਾ ਦੇ ਲੋਕਾਂ ਦੀ ਜ਼ਮੀਰ ਹੀ ਮਰ ਗਈ ਹੈਗੀ ਕਿ ਲੋਕਾਂ ਦੀ ਗੱਲ ਸੁਣਨ ਤੋਂ ਬਜਾਏ ਮੈਂ ਤਾਂ ਆਸ ਕਰਦੀ ਸੀ ਕਿ ਜਾਨੀ ਸਾਹਿਬ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਹਨਾਂ ਨੂੰ ਲੈ ਕੇ ਉੱਥੇ ਟਿਕਰੀ ਬਾਰਡਰ 'ਚ, ਸਿੰਘੋ ਬਾਰਡਰ 'ਚ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਤੇ ਸ਼ਾਇਦ ਪ੍ਰਧਾਨ ਮੰਤਰੀ ਜੀ ਨੂੰ ਸੁਣਾਉਣਗੇ ਕਿ ਆਹ ਦੇਖੋ ਲੋਕੀ ਆ ਕਹਿ ਰਹੇ ਨੇ, ਕਿਉਂਕਿ ਪਤਾ ਨਹੀਂ ਪ੍ਰਧਾਨ ਮੰਤਰੀ ਦਾ ਸਹੀ ਗੱਲ ਪਹੁੰਚ ਵੀ ਰਹੀ ਹੈ ਕਿ ਨਹੀਂ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਬਾਦਲ ਦੇ ਪੈਰੀ ਹੱਥ ਲਗਾਉਂਦੇ ਰਹੇ, ਪਰ ਖੇਤੀ ਕਾਨੂੰਨ ਲਿਆਉਣ ਤੋਂ ਪਹਿਲਾਂ ਕਿਸਾਨਾਂ ਦੇ ਲੀਡਰ ਬਾਦਲ ਸਾਹਿਬ ਨਾਲ ਸਲਾਹ ਤੱਕ ਨਹੀਂ ਕੀਤੀ। ਹਰਸਿਮਰਤ ਮੁਤਾਬਕ ਉਹਨਾਂ ਨੇ ਆਪ ਵੀ ਕਈ ਵਾਰ ਸਰਕਾਰ ਨੂੰ ਇਹ ਖੇਤੀ ਕਾਨੂੰਨ ਲਾਗੂ ਨਾ ਕਰਨ ਲਈ ਕਿਹਾ, ਪਰ ਉਹਨਾਂ ਦੀ ਇੱਕ ਨਾ ਸੁਣੀ ਗਈ।
ਹਰਸਿਮਰਤ ਨੇ ਕਿਹਾ ਕਿ ਭਾਜਪਾ ਨਾਲ ਦੁਬਾਰਾ ਗੱਠਜੋੜ ਕਰਨ ਦਾ ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਗੱਲਬਾਤ ਤੋਂ ਵੀ ਕਿਸੇ ਮਸਲੇ ਦਾ ਹੱਲ ਨਾ ਨਿਕਲਣ ਦੀ ਸੰਭਾਵਨਾ ਜਤਾਉਂਦਿਆਂ ਕਿਹਾ ਕਿ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲਵੇਗੀ। ਅਜਿਹੇ ਵਿੱਚ ਸਿਰਫ ਅਦਾਲਤ ਤੋਂ ਹੀ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਹੈ। ਕਿ ਪਹਿਲੇ ਤੋਂ ਜਿਹੜੀ ਕਿਸਾਨਾਂ ਦੀ ਪਾਰਟੀ ਹੈਗੀ, ਬਾਦਲ ਸਾਹਿਬ ਵਰਗੇ ਸੀਨੀਅਰ ਜਿਨ੍ਹਾਂ ਦੇ ਤੁਸੀਂ ਪੈਰੀ ਹੱਥ ਲਾਉਂਦੇ ਹੋ, ਤੁਸੀਂ ਕਿਸਾਨਾਂ ਦੇ ਕਾਨੂੰਨ ਲੈ ਕੇ ਆਓ ਤੇ ਕਿਸਾਨ ਦੇ ਇੰਨੇ ਵੱਡੇ ਲੀਡਰ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਵੀ ਨਾ ਕਰੋ। ਜਦ ਉਹਨਾਂ ਦੀ ਪਾਰਟੀ ਇਹਦਾ ਵਿਰੋਧ ਕਰਦੀ ਹੈ, ਤੁਸੀਂ ਉਹਨਾਂ ਦੀ ਨਾ ਸੁਣੋ। ਜਦ ਤੁਹਾਡਾ ਆਪ ਦਾ ਮੰਤਰੀ ਤੁਹਾਨੂੰ ਦੱਸਦਾ ਹੈ ਕਿ ਦੇਸ਼ ਭਰ 'ਚ ਕਿਸਾਨ ਦਾ ਅੰਦੋਲਨ ਹੋ ਜਾਊਗਾ, ਖੜਾ ਹੋ ਜਾਊਗਾ ਕੋਵਿਡ ਦੇ ਸਮੇਂ 'ਚ, ਉਸ ਕਿਸਾਨਾਂ ਨੂੰ ਸੜਕਾਂ 'ਚ ਨਾ ਉਤਰੋ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ। ਬਾਦਲ ਸਾਹਿਬ ਪੱਤਰ ਲਿਖਦੇ ਨੇ, ਉਹ ਪੱਤਰ ਦਾ ਜਵਾਬ ਤਾਂ ਹੀ ਤੁਸੀਂ ਨਹੀਂ ਦਿੰਦੇ। ਤੇ ਜਿਹੜੇ ਆਪਣੇ ਪੰਜਾਬ ਨੂੰ ਤੇ ਆਪਣੇ ਲੋਕਾਂ ਨੂੰ ਇੰਨਾ ਜ਼ਲੀਲ ਕਰ ਦਿੰਦੇ ਨੇ, ਫਿਰ ਇਹੋ ਜਿਹੀ ਪਾਰਟੀ ਦਾ ਹਿੱਸਾ ਬਣ ਕੇ ਆਪਾਂ ਕੀ ਕਰਨਾ ਹੈਗਾ। ਮੈਨੂੰ ਇਹਦੇ 'ਚ ਕੋਈ ਉਮੀਦ ਨਹੀਂ ਹੈ ਕਿ ਕਿਸੇ ਹਾਲਤ 'ਚ ਇਹਨਾਂ ਨੇ ਵਾਪਸ ਤਾਂ ਲੈਣਾ ਨਹੀਂ, ਇਹ ਤਾਂ ਬਿਲਕੁਲ ਕਲੀਅਰ ਹੈਗਾ। ਹੁਣ ਹਾਂ, ਉਮੀਦ ਕਰਦੀ ਹਾਂ ਕਿ ਅਦਾਲਤ ਜ਼ਰੂਰ ਕੁਝ, ਕਿਉਂਕਿ ਅਖੀਰ 'ਚ ਇਹ ਸਰਕਾਰ ਨੇ ਅਦਾਲਤ ਰਾਹੀਂ ਕੁਝ ਸੁਣਵਾਈ ਇਹਨਾਂ ਨੇ ਕਰਨੀ ਹੈਗੀ। ਹੁਣ ਅਦਾਲਤ ਕਿਸਾਨ ਦੇ ਨਾਲ ਇਨਸਾਫ ਕਰਦੀ ਹੈ ਕਿ ਨਹੀਂ, ਇਹ ਸਮਾਂ ਦੱਸੂਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਉੱਤੇ ਵੀ ਵਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਸੀ। ਹੁਣ ਸਰਕਾਰ ਦੇ ਜਾਣ ਵਿੱਚ ਕੁਝ ਮਹੀਨੇ ਹੀ ਬਾਕੀ ਰਹਿ ਗਏ ਨੇ ਅਤੇ ਕੈਪਟਨ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕਿਆ। ਹਰਸਿਮਰਤ ਨੇ ਕਿਹਾ ਕਿ ਹੁਣ ਕੈਪਟਨ ਨਹੀਂ, ਸਗੋਂ ਜਿਹੜੀ ਨਵੀਂ ਸਰਕਾਰ ਪੰਜਾਬ ਵਿੱਚ ਬਣੇਗੀ ਉਹੀ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ। 26 ਜਨਵਰੀ ਦੀਆਂ ਤਿਆਰੀਆਂ ਲਈ ਮੋਗਾ 'ਚ ਕਿਸਾਨਾਂ ਨੇ ਅੱਜ ਵੀ ਵਿਸ਼ਾਲ ਟਰੈਕਟਰ ਮਾਰਚ ਕੱਢਿਆ। ਇਸ ਮਾਰਚ 'ਚ 500 ਦੇ ਕਰੀਬ ਟਰੈਕਟਰ ਸ਼ਾਮਲ ਹੋਏ। ਇਸ ਮੌਕੇ ਸੜਕ ਉੱਤੇ ਹਰ ਪਾਸੇ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਟਰੈਕਟਰ ਮਾਰਚ ਰਾਹੀਂ ਮੋਗਾ ਦੇ 20 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 26 ਜਨਵਰੀ ਨੂੰ ਪੰਜਾਬ ਦੇ ਹਰ ਪਿੰਡ ਵਿੱਚੋਂ ਟਰੈਕਟਰ ਦਿੱਲੀ ਲਈ ਕੂਚ ਕਰਨਗੇ। ਇਸ ਦੇ ਲਈ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਹਨਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ। ਕਿਸਾਨਾਂ ਦੇ ਸੰਘਰਸ਼ ਦੇ ਚੱਲਦਿਆਂ ਪੰਜਾਬ ਭਰ 'ਚ ਟੋਲ ਪਲਾਜ਼ਾ ਬੰਦ ਨੇ। ਟੋਲ ਪਲਾਜ਼ਾ ਦੇ ਬੰਦ ਹੋਣ ਦਾ ਖਾਮਿਆਜ਼ਾ ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਕੰਪਨੀ ਨੇ ਇੱਥੋਂ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇੰਨਾ ਹੀ ਨਹੀਂ, ਇਹਨਾਂ ਕਰਮਚਾਰੀਆਂ ਨੂੰ ਪਿਛਲੇ ਸਵਾ ਮਹੀਨੇ ਤੋਂ ਤਨਖਾਹ ਤੱਕ ਨਹੀਂ ਦਿੱਤੀ ਗਈ। ਬਿਨਾਂ ਕਾਰਨ ਦੱਸੇ ਤੇ ਬਿਨਾਂ ਅਗਾਊਂ ਨੋਟਿਸ ਤੋਂ ਇਹਨਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਣ ਕਾਰਨ ਕਰਮਚਾਰੀਆਂ 'ਚ ਬੇਹੱਦ ਰੋਸ ਵਿਖਾਈ ਦੇ ਰਿਹਾ ਹੈ। ਇਹ ਮੁਲਾਜ਼ਮ ਟੋਲ ਕੰਪਨੀ ਖਿਲਾਫ ਧਰਨੇ ਤੇ ਬੈਠ ਗਏ ਨੇ ਤੇ ਨਾਅਰੇਬਾਜ਼ੀ ਕਰ ਰਹੇ ਨੇ। देखो जी, ਅਸੀਂ ਟੋਲ ਪਲਾਜ਼ਾ ਉਸਮਾ NH 54 ਤੇ ਮੁਲਾਜ਼ਮਾਂ ਸਾਰੇ 46 ਲੋਕ ਆ ਤੇ ਸਾਨੂੰ ਅੱਜ ਤੋਂ 3-4 ਦਿਨ ਪਹਿਲਾਂ 5 ਤਰੀਕ ਨੂੰ ਮੈਨ ਸਾਹਿਬ ਨੇ ਨੋਟਿਸ ਦੇ ਦਿੱਤਾ ਡੀਮੋਲਾਈਜੇਸ਼ਨ ਦਾ। ਕਹਿੰਦੇ ਸਾਰੇ ਸਟਾਫ ਨੂੰ ਮਤਲਬ ਘਰ ਜਾਣ ਲਈ ਕਿਹਾ ਗਿਆ ਵੀ ਅੱਜ ਤੋਂ ਤੁਹਾਡੀ ਸੈਲਰੀ ਬੰਦ ਆ। ਤੇ ਉਹਨਾਂ ਅੱਗੇ ਰਿਕੁਐਸਟ ਸੀਗੀ ਵੀ ਜਿਹੜੀ ਸਾਡੀ ਸਵਾ ਮਹੀਨੇ ਦੀ ਸੈਲਰੀ ਬਣਦੀ ਆ, ਤਾਂ ਜਦੋਂ ਤੁਸੀਂ ਨੋਟਿਸ ਹੀ ਦੇ ਦਿੱਤਾ ਸਾਨੂੰ, ਉਹ ਤਾਂ ਸਾਡੀ ਜਿਹੜੀ ਅਕਾਊਂਟ ਦੇ ਵਿੱਚ ਪਾ ਦਿਓ। ਉਹ ਕਹਿੰਦੇ ਜੀ ਅਸੀਂ ਮੇਲ ਕੀਤੀ ਹੋਈ ਆ, ਇੱਧਰ ਕੀਤੀ ਹੋਈ ਆ ਜਾਂਦੀ ਆ। ਅਸੀਂ 3-4 ਦਿਨ ਤੋਂ ਉਹੀ ਪ੍ਰੋਸੈਸ ਕਰਨ ਦੇ ਵੀ ਜਦੋਂ ਅਸੀਂ ਘਰੇ ਚਲੇ ਗਏ ਤਾਂ ਸਾਨੂੰ ਸੈਲਰੀ ਕੌਣ ਦੇਗਾ। ਤੇ ਬਾਕੀ ਸਾਨੂੰ ਕੋਈ ਵਿਦਆਊਟ ਨੋਟਿਸ ਤੋਂ ਕੱਢਿਆ ਗਿਆ ਵੀ 1 ਮਹੀਨੇ ਦਾ ਘੱਟੋ ਘੱਟ ਜਿਹੜਾ ਲੀਗਲ ਨੋਟਿਸ ਉਹ ਦੇਣਾ ਪੈਂਦਾ। ਉਹ ਨੋਟਿਸ ਦੇ ਕੇ ਸਾਨੂੰ ਕੱਢਣਾ ਸੀ, ਵਿਦਆਊਟ ਨੋਟਿਸ ਕੱਢਤਾ। ਹੁਣ ਅਸੀਂ 3-4 ਦਿਨ ਤੋਂ ਉਹਨਾਂ ਨੂੰ ਰੋਜ਼ ਰਿਕੁਐਸਟ ਕਰ ਰਹੇ ਸਰ ਸੈਲਰੀ ਪਵਾ ਦਿਓ, ਸੈਲਰੀ ਪਵਾ ਦਿਓ। ਔਰ ਲਾਸਟ ਨਾਈਟ ਉਹ ਸਾਰੇ ਜਣੇ ਇੱਥੋਂ ਚਲੇ ਗਿਆ। ਸਾਰੀ ਬਿਲਡਿੰਗ ਖਾਲੀ ਆ, ਨਾ ਕੋਈ ਮੈਨੇਜਰ ਆ, ਨਾ ਕੋਈ ਵੀ ਸਟਾਫ ਦਾ ਕੰਪਨੀ ਦਾ ਬੰਦਾ ਨਹੀਂ ਹੈਗਾ। ਸਾਰੇ ਇੱਥੋਂ ਆਪਣਾ ਸਮਾਨ ਲੈ ਕੇ ਤੇ ਆਪਣੇ ਤਰਨਤਾਰਨ ਕੋਈ ਗੈਸਟ ਹਾਊਸ ਆ ਕਹਿੰਦੇ ਉੱਥੇ ਚਲੇ ਗਏ, ਜਿੱਥੇ ਹੈਗਾ ਹੀ ਕੋਈ ਨਹੀਂ ਹੈ। ਔਰ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਸੈਲਰੀ ਉਹ ਦਵਾਈ ਜਾਵੇ ਔਰ ਸਾਡੀ ਜਿਹੜੀ ਨੌਕਰੀ ਉਹ ਪੱਕੀ ਕਰਾਈ ਜਾਵੇ ਇੱਥੇ, ਜੋ ਅਸੀਂ ਅਗਲੀ ਕੰਪਨੀ 'ਚ ਵੀ ਕੰਮ ਕਰ ਸਕੀਏ। 3 ਸਾਲਾਂ ਤੋਂ ਕੰਪਨੀਆਂ ਆਉਂਦੀਆਂ ਵੀ ਆ, ਸਾਲ ਦਾ ਟੈਂਡਰ ਹੁੰਦਾ ਹੈ, ਆਉਂਦੀਆਂ ਵੀ ਚੱਲ ਵੀ ਜਾਂਦੀਆਂ ਹੈ, ਠੀਕ ਹੈ। ਇਹਨੇ ਪਹਿਲੀ ਵਾਰ ਹੋਇਆ ਸਾਡੇ ਨਾਲ ਕਿ ਸਾਨੂੰ ਵਿਦਆਊਟ ਐਨੀ ਸਟਰੋਂਗ ਰੀਜ਼ਨ ਸਾਨੂੰ ਕੱਢਿਆ ਜਾ ਰਿਹਾ ਹੈ ਜੌਬ ਤੋਂ। ਇੱਕ ਦਿਨ ਪਹਿਲਾਂ ਨੋਟਿਸ ਕੀਤਾ, ਨਾ ਸਾਡੀ ਸੈਲਰੀ ਆਈ ਹੈ ਹਲੇ ਤੱਕ। ਸਰ ਇਹੀ ਹੈ ਕਿ ਸਾਨੂੰ ਵੀ ਜੌਬ ਤੇ ਵੀ ਸਾਨੂੰ ਪੱਕਾ ਕੀਤਾ ਜਾਵੇ ਤੇ ਸਾਡੀ ਸੈਲਰੀ ਆ ਜਾਵੇ। ਸਰ ਮੈਨੇਜਮੈਂਟ ਤੇ ਕਹਿੰਦੇ ਸਾਨੂੰ ਕਲੇਮ ਨਹੀਂ ਮਿਲਿਆ, ਇਹੀ ਕਹਿੰਦੇ ਆ ਵੀ ਸਾਡੀ ਕੰਪਨੀ ਨੂੰ ਕਲੇਮ ਨਹੀਂ ਮਿਲਿਆ, ਸਾਨੂੰ ਲਾਸ ਹੋ ਰਿਹਾ ਹੈ। ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਕੰਗਣਾ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ ਟਵਿੱਟਰ ਤੇ ਪਾ ਕੇ ਕਿਹਾ ਸੀ ਕਿ 100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੋਈਏ। ਹੁਣ ਬੇਬੇ ਮਹਿੰਦਰ ਕੌਰ ਨੇ ਕੰਗਣਾ ਖਿਲਾਫ ਬਠਿੰਡਾ ਦੀ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਕੰਗਣਾ ਨੇ ਟਵਿੱਟਰ ਤੇ ਬੇਬੇ ਮਹਿੰਦਰ ਕੌਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਮਗਰੋਂ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਸੀ। ਇਸ ਤਸਵੀਰ ਮਗਰੋਂ ਦਲਜੀਤ ਦੋਸਾਂਝ ਤੇ ਕੰਗਣਾ ਵਿਚਾਲੇ ਟਵਿੱਟਰ ਵਾਰ ਵੀ ਸ਼ੁਰੂ ਹੋ ਗਈ ਸੀ, ਜੋ ਅੱਜ ਵੀ ਜਾਰੀ ਹੈ।
ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਜਲਾਲਾਬਾਦ ਦੇ ਪਿੰਡ ਬੰਨਾਵਾਲਾ ਦੇ ਕਈ ਕਿਸਾਨਾਂ ਨੂੰ ਬੈਂਕਾਂ ਵੱਲੋਂ ਜ਼ਮੀਨ ਦੀ ਕੁਰਕੀ ਦੇ ਨੋਟਿਸ ਮਿਲੇ ਨੇ। ਇਸ ਦੇ ਵਿਰੋਧ 'ਚ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇੱਕ ਪਾਸੇ ਉਹ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਅੰਦੋਲਨ ਕਰ ਰਹੇ ਨੇ ਤੇ ਹੁਣ ਦੂਜੇ ਪਾਸੇ ਪੰਜਾਬ ਸਰਕਾਰ ਨੇ ਉਹਨਾਂ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਇਹ ਨੋਟਿਸ ਭੇਜਣੇ ਬੰਦ ਨਾ ਕੀਤੇ ਗਏ ਤਾਂ ਉਹ ਬੈਂਕਾਂ ਦੀਆਂ ਟੀਮਾਂ ਦਾ ਪਿੰਡਾਂ ਵਿੱਚ ਆਉਣ ਤੇ ਵਿਰੋਧ ਕਰਨਗੇ। ਅਸੀਂ ਜਿਹੜੇ ਆਪਣੇ ਪੰਜਾਬ ਦੀ ਸਰਕਾਰ ਨੇ ਆਪਣੇ ਬੈਂਕਾਂ ਦੇ ਜਿਹੜੇ ਨੋਟਿਸ ਕੱਢੇ ਨੇ ਕਿਸਾਨੀ ਦੀ ਕੁਰਕੀ ਵਾਸਤੇ, ਬੜੀ ਦੁਖਦਾਈ ਗੱਲ ਹੈ। ਅਸੀਂ ਜਿਹੜਾ ਐਡਾ ਵੱਡਾ ਸੰਘਰਸ਼ ਲੜਦੇ ਪਏ ਦਿੱਲੀ ਦੇ ਵਿੱਚ, ਉੱਥੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਇਹਨੇ ਕਿੱਡੀ ਵੱਡੀ ਗਲਤੀ ਕੀਤੀ ਔਰ ਕਿੱਡਾ ਵੱਡਾ ਧੋਖਾ ਕੀਤਾ ਹੈ। ਕਿਉਂਕਿ ਜਦੋਂ ਇਹਨੇ ਸਰਕਾਰ ਬਣਾਈ ਸੀ ਕਿਸਾਨਾਂ ਨੂੰ ਇਹਨੇ ਸਾਰਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀਗੀ ਤੇ ਅੱਜ ਜਿਹੜੇ ਸਾਡੀ ਕੁਰਕੀ ਦੇ ਜਿਹੜੇ ਨੋਟਿਸ ਕੱਢਦਾ ਫਿਰਦਾ ਇੱਥੇ ਜਲਾਲਾਬਾਦ ਦੇ ਵੀ ਸਾਡੇ ਜਿਹੜੇ ਬੈਂਕ ਦੇ ਲੈਂਡਮਾਰਕਾਂ ਦੇ ਮੁਲਾਜ਼ਮ ਫਿਰਦੇ ਨੇ ਔਰ ਪੁਲਿਸ ਨਾਲ ਪ੍ਰਸ਼ਾਸਨ ਲੈ ਕੇ ਤੇ ਬੜੀ ਵੱਡੀ ਕਤਾਰ ਦੇ ਵਿੱਚ ਫਿਰਦੇ ਨੇ। ਅਸੀਂ ਇਹਨਾਂ ਦਾ ਪੂਰਾ ਬਾਈਕਾਟ ਕਰਾਂਗੇ, ਵਿਰੋਧਤਾ ਕਰਾਂਗੇ ਔਰ ਜੇਕਰ ਇਹ ਨਾ ਇਸੇ ਤਰ੍ਹਾਂ ਆਉਂਦੇ ਰਹੇ, ਹੋਰ ਵੀ ਸਾਡੇ ਕਿਸਾਨਾਂ ਤੇ ਇਹਨਾਂ ਨੇ ਦਬਾਅ ਬਣਾਇਆ ਤੇ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਕੇ ਇਹਨਾਂ ਦਾ ਬਾਈਕਾਟ ਕਰਕੇ ਇਹਨਾਂ ਦੇ ਅਸੀਂ ਜਿਹੜੀ ਘੇਰਾਬੰਦੀ ਕਰਾਂਗੇ। ਸੋ ਮੈਂ ਅਪੀਲ ਕਰਦਾ ਵੀ ਇਹ ਪੰਜਾਬ ਸਰਕਾਰ ਨੂੰ ਵੀ ਔਰ ਜਿਹੜੇ ਇੱਥੋਂ ਦੇ ਬੈਂਕ ਮੁਲਾਜ਼ਮ ਨੇ ਵੀ ਪਿੰਡਾਂ ਦੇ ਵਿੱਚ ਬਿਲਕੁਲ ਆਉਣਾ ਬੰਦ ਕਰ ਦੇਣ। ਜੇਕਰ ਆਏ ਤੇ ਅਸੀਂ ਇਹਨਾਂ ਦਾ ਪੂਰਾ ਰੱਜ ਕੇ ਜਿਹੜਾ ਬਾਈਕਾਟ ਕਰਾਂਗੇ, ਅਸੀਂ ਇਹਨਾਂ ਦੀ ਵਿਰੋਧਤਾ ਕਰਾਂਗੇ। ਕਿਉਂਕਿ ਜੇ ਕਿਸਾਨਾਂ ਦੇ ਕੋਲ ਪੈਸੇ ਹੋਣ ਤੇ ਕਿਹਦਾ ਜੀ ਕਰਦਾ ਵੀ ਉਹ ਪੈਸੇ ਨਾ ਭਰੇ। ਅਸੀਂ ਇਸ ਗੱਲ 'ਚ ਨਹੀਂ ਵੀ ਅਸੀਂ ਪੈਸੇ ਨਹੀਂ ਭਰਾਉਣ 'ਚ ਖੁਸ਼ ਹੈਗੇ, ਪਰ ਜਿਸ ਜ਼ਿਮੀਂਦਾਰ ਕੋਲ ਹੈਗੇ ਨੇ ਉਹ ਭਰੇ, ਜਿਹੜੇ ਕੋਲ ਨਹੀਂ ਗਏ, ਜੋ ਨਹੀਂ ਪਹੁੰਚਦੇ ਕੋਲ ਅੱਜ ਆਰਥਿਕ ਤੰਗੀ ਮਾੜੀ ਹਾਲਤ ਮਾੜੀ ਕਿਸਾਨਾਂ ਦੀ, ਤੋਂ ਕੀ ਕਰਨ। ਇਹਨਾਂ ਦੇ ਜਿਹੜੇ ਸਰਕਾਰਾਂ ਦੀ ਗਲਤ ਪਾਲਿਸੀਆਂ ਬਣਾਉਣ ਕਰਕੇ ਜਿਹੜੇ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਦੁਖੀ ਕੀਤਾ, ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ। ਇਹ ਆਵਾਜ਼ ਆ ਜਾਣ ਜਿੱਥੇ ਕੈਪਟਨ ਸਰਕਾਰ ਆਪਦੀ ਇਸ ਚੀਜ਼ ਦੀ ਤਾਨਾਸ਼ਾਹੀ ਵਰਤੀ ਪਈ ਹੈ, ਉੱਥੇ ਅਸੀਂ ਇਹਦਾ ਵੀ ਬੜਾ ਡਟ ਕੇ ਵਿਰੋਧ ਕਰਾਂਗੇ। ਕਰੋਨਾ ਵੈਕਸੀਨੇਸ਼ਨ ਲਈ ਦੇਸ਼ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੇਸ਼ 'ਚ ਕਰੋਨਾ ਵੈਕਸੀਨੇਸ਼ਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਰਸਲ ਕੀਤੀ ਜਾ ਰਹੀ ਹੈ। ਅੱਜ ਦੇਸ਼ ਦੇ 736 ਜ਼ਿਲ੍ਹਿਆਂ 'ਚ ਇਕੱਠੇ ਟੀਕਾਕਰਨ ਦਾ ਅਭਿਆਸ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਵੀ ਅੱਜ ਕੋਵਿਡ ਵੈਕਸੀਨੇਸ਼ਨ ਦਾ ਡਰਾਈ ਰਨ ਕੀਤਾ ਗਿਆ। ਇਸ ਡਰਾਈ ਰਨ ਦੌਰਾਨ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਦੇਣ ਦਾ ਅਭਿਆਸ ਕੀਤਾ ਗਿਆ। ਦੇਸ਼ 'ਚ ਕਰੋਨਾ ਵੈਕਸੀਨੇਸ਼ਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਰਸਲ ਕੀਤੀ ਜਾ ਰਹੀ ਹੈ। ਅੱਜ ਦੇਸ਼ ਦੇ 736 ਜ਼ਿਲ੍ਹਿਆਂ 'ਚ ਇਕੱਠੇ ਟੀਕਾਕਰਨ ਦਾ ਅਭਿਆਸ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਦੇਸ਼ ਦੇ ਸਾਰੇ ਸੂਬਿਆਂ 'ਚ ਤਿਆਰੀਆਂ ਕੀਤੀਆਂ ਗਈਆਂ। ਦੇਸ਼ ਦੇ 33 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਰੋਨਾ ਵੈਕਸੀਨ ਦਾ ਦੂਜਾ ਡਰਾਈ ਰਨ ਚੱਲ ਰਿਹਾ ਹੈ। ਇਸ ਡਰਾਈ ਰਨ ਦੇ ਤਹਿਤ ਇਸ ਗੱਲ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਉਣੀ ਹੈ ਤੇ ਉਸ ਦੀ ਪੂਰੀ ਪ੍ਰਕਿਰਿਆ ਕੀ ਹੈ। ਪੰਜਾਬ 'ਚ ਵੀ ਕਰੋਨਾ ਵੈਕਸੀਨੇਸ਼ਨ ਦਾ ਡਰਾਈ ਰਨ ਚੱਲ ਰਿਹਾ ਹੈ। ਪੰਜਾਬ ਦੇ ਜਲੰਧਰ 'ਚ ਕਰੋਨਾ ਟੀਕਾਕਰਨ ਲਈ ਡਰਾਈ ਰਨ ਜਾਰੀ ਨੇ। ਜਲੰਧਰ ਵਿੱਚ 100 ਮੁਲਾਜ਼ਮਾਂ ਨੂੰ 4 ਸੈਂਟਰਾਂ ਵਿੱਚ ਕਰੋਨਾ ਵੈਕਸੀਨ ਲਾਉਣ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ। ਸਿਹਤ ਮੁਲਾਜ਼ਮ ਇਸ ਰਿਹਰਸਲ ਤੋਂ ਸੰਤੁਸ਼ਟ ਨਜ਼ਰ ਆ ਰਹੇ ਸਨ। ਵਧੀਆ ਲੱਗ ਰਿਹਾ ਕਿ ਅਸੀਂ ਇਸ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ ਕਿ ਉਹ ਜਿਹੜਾ ਵੀ ਸਟਾਫ ਮੈਂਬਰ ਕੋਵਿਡ ਦੌਰਾਨ ਮਤਲਬ ਕੰਮ ਕਰ ਰਿਹਾ ਸੀ, ਉਹਨਾਂ ਦੀ ਸਿਹਤ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਸਾਰੇ ਮੁਲਾਜ਼ਮਾਂ ਨੂੰ ਵੈਕਸੀਨੇਸ਼ਨ ਲਗਾ ਰਹੇ ਆ। ਉਹਦੇ ਲਈ ਅਸੀਂ ਪੰਜਾਬ ਸਰਕਾਰ ਦੇ ਅਤੇ ਉੱਚ ਅਧਿਕਾਰੀਆਂ ਦੇ ਧੰਨਵਾਦੀ ਹਾਂ ਤੇ ਵਧੀਆ ਲੱਗ ਰਿਹਾ। ਸਾਨੂੰ ਬਹੁਤ ਵਧੀਆ ਡੀਲਿੰਗ ਕੀਤੀ ਗਈ ਹੈ। ਸਾਨੂੰ ਪਹਿਲਾਂ ਸਮਝਾਇਆ ਗਿਆ, ਪਹਿਲਾਂ ਸਾਡੀ ਰਜਿਸਟ੍ਰੇਸ਼ਨ ਹੋਈ, ਸਾਡਾ ਆਈਡੀ ਪ੍ਰੂਫ ਚੈੱਕ ਕਰਕੇ ਫਿਰ ਸਾਨੂੰ ਅੱਗੇ ਭੇਜਿਆ ਗਿਆ। ਫਿਰ ਦੈਨ ਸਾਡੇ ਮਤਲਬ ਪ੍ਰੋਪਰ ਕਲੀਨਅਪ ਕਰਕੇ ਸਾਡਾ ਵੈਕਸੀਨੇਸ਼ਨ ਕੀਤਾ ਗਿਆ। ਫਿਰ ਦੈਨ ਸਾਨੂੰ ਮਤਲਬ ਉਹਦਾ ਕੋਈ ਵੈਕਸੀਨੇਸ਼ਨ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ, ਉਹਦੇ ਲਈ ਚੈੱਕਆਊਟ ਲਈ ਸਾਨੂੰ ਸਾਈਡ 'ਤੇ ਬਿਠਾਇਆ ਗਿਆ। ਅੱਧਾ ਪੌਣਾ ਘੰਟਾ ਸਾਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ, ਜਿਹਦੇ ਵਿੱਚ ਚੈੱਕ ਕੀਤਾ ਗਿਆ ਕਿ ਇਹਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ। ਉਧਰ ਸਿਵਲ ਹਸਪਤਾਲ ਸਮਾਣਾ ਵਿਖੇ ਵੀ ਕੋਵਿਡ ਟੀਕਾਕਰਨ ਦਾ ਅਭਿਆਸ ਕੀਤਾ ਗਿਆ। ਇੱਥੇ ਵੈਕਸੀਨ ਦੇ ਡਰਾਈ ਰਨ ਲਈ ਪਹੁੰਚੇ ਮੁਲਾਜ਼ਮਾਂ ਨੂੰ ਕੋਵਿਡ ਨਿਯਮਾਂ ਦੇ ਤਹਿਤ ਪੂਰੀ ਪ੍ਰਕਿਰਿਆ ਸਮਝਾਈ ਗਈ। ਸਿਹਤ ਅਫਸਰਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਦੀ ਸੇਵਾ ਲਈ ਹੁਣ ਪੂਰੀ ਤਰ੍ਹਾਂ ਨਾਲ ਤਿਆਰ ਨੇ। ਕੋਵਿਡ-19 ਦੇ ਤਹਿਤ ਸਰਕਾਰ ਵੱਲੋਂ ਸਿਵਲ ਹਸਪਤਾਲ ਸਮਾਣਾ ਦੇ ਅੰਦਰ SMO ਕਰਮਜੀਤ ਸਿੰਘ ਦੀ ਅਗਵਾਈ 'ਚ ਟੈਸਟਿੰਗ ਕੀਤੀ ਗਈ ਹੈ, ਤਿਆਰੀਆਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਪੇਸ਼ੈਂਟ ਨੂੰ ਲਿਆਇਆ ਜਾਏਗਾ, ਕਿਸ ਤਰ੍ਹਾਂ ਪੇਸ਼ੈਂਟ ਕਿੱਥੇ ਬੈਠੇਗਾ, ਕਿਵੇਂ ਉਹਦੇ ਟੀਕਾ ਲੱਗੇਗਾ। ਸਾਰੇ ਡਾਕਟਰ ਸਾਹਿਬਾਨ ਨੇ ਉਹ ਖੁਦ ਸਾਡੇ SMO ਨੇ ਆਪ ਇਹਦੀ ਟੈਸਟਿੰਗ 'ਚ ਇੰਜੈਕਸ਼ਨ ਲਗਵਾਏ ਨੇ। ਸੋ ਮੈਂ ਸਰਕਾਰ ਦਾ ਧੰਨਵਾਦੀ ਹਾਂ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਂ ਧੰਨਵਾਦ ਕਰਦਾ ਮਾਲਕ ਦਾ ਕਿ ਜਿਹੜਾ ਕੋਵਿਡ ਦੀ ਵੈਕਸੀਨ ਹੈ ਉਹ ਬਹੁਤ ਜਲਦ ਬਾਜ਼ਾਰ 'ਚ ਆ ਰਹੀ ਹੈ। ਔਰ ਸਭ ਤੋਂ ਪਹਿਲਾਂ ਹੈਲਥ ਡਿਪਾਰਟਮੈਂਟ ਦੇ ਜਿਹੜੇ ਵਰਕਰ ਨੇ, ਡਾਕਟਰਸ ਨੇ, ਉਹਨਾਂ ਦੇ ਉੱਪਰ ਇਸ ਦੀ ਟੈਸਟਿੰਗ ਹੋਏਗੀ। ਇਸ ਦੇ ਲਈ ਪੰਜਾਬ ਸਰਕਾਰ ਧੰਨਵਾਦ ਦੀ ਪਾਤਰ ਹੈ। ਸਾਡੇ MLA ਰਜਿੰਦਰ ਸਿੰਘ, ਉਹਨਾਂ ਦਾ ਵੀ ਧੰਨਵਾਦ ਕਰਦਾ
ਜਿਨ੍ਹਾਂ ਦੇ ਰਹਿਨੁਮਾਈ 'ਚ ਸਿਵਲ ਹਸਪੀਟਲ ਬੜੀ ਤਰੱਕੀ ਦਾ ਕੰਮ ਕਰ ਰਿਹਾ ਔਰ ਬਹੁਤ ਅੱਛਾ ਕੰਮ ਕਰ ਰਿਹਾ। ਦੱਸ ਦਈਏ ਕਿ ਦੇਸ਼ ਵਿੱਚ ਇਸ ਤੋਂ ਪਹਿਲਾਂ 28 ਤੇ 29 ਦਸੰਬਰ ਨੂੰ 4 ਸੂਬਿਆਂ 'ਚ 2 ਦਿਨਾਂ ਲਈ ਡਰਾਈ ਰਨ ਕੀਤਾ ਗਿਆ ਸੀ। ਇਸ ਵਿੱਚ ਪੰਜਾਬ ਦੇ 2 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਪਟਿਆਲਾ ਸ਼ਾਮਿਲ ਸਨ। ਇਸ ਤੋਂ ਬਾਅਦ 2 ਜਨਵਰੀ ਨੂੰ ਸਾਰੇ ਸੂਬਿਆਂ ਵਿੱਚ ਡਰਾਈ ਰਨ ਕੀਤਾ ਗਿਆ ਸੀ ਅਤੇ ਹੁਣ ਕੋਰੋਨਾ ਵੈਕਸੀਨੇਸ਼ਨ ਦੀ ਸਭ ਤੋਂ ਵੱਡੀ ਰਿਹਰਸਲ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਹੁਣ ਤਪਾ ਦੀ ਅਨਾਜ ਮੰਡੀ 'ਚ ਵੱਡੀ ਗਿਣਤੀ 'ਚ ਮਰੇ ਹੋਏ ਤੋਤੇ ਮਿਲਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਵੈਟਰਨਰੀ ਡਾਕਟਰਾਂ ਦੀ ਟੀਮ ਇਹਨਾਂ ਤੋਤਿਆਂ ਦੀ ਜਾਂਚ ਲਈ ਜਲੰਧਰ ਭੇਜ ਦਿੱਤੀ ਗਈ ਹੈ, ਜਿੱਥੇ ਲੈਬੋਰੇਟਰੀ 'ਚ ਜਾਂਚ ਤੋਂ ਬਾਅਦ ਤੋਤਿਆਂ ਦੀ ਮੌਤ ਦਾ ਕਾਰਨ ਸਾਹਮਣੇ ਆਵੇਗਾ। ਪਰ ਇਹਨਾਂ ਤੋਤਿਆਂ ਦੀ ਮੌਤ ਨਾਲ ਆਮ ਲੋਕ ਬਹੁਤ ਜ਼ਿਆਦਾ ਡਰ ਗਏ ਨੇ। ਦੇਸ਼ ਦੇ ਕਈ ਹਿੱਸਿਆਂ ਤੋਂ ਬਾਅਦ ਪੰਜਾਬ ਵਿੱਚ ਵੀ ਬਰਡ ਫਲੂ ਦਾ ਡਰ ਵੱਧ ਗਿਆ ਹੈ। ਅੱਜ ਤਪਾ ਦੇ ਬਾਹਰਲੀ ਅਨਾਜ ਮੰਡੀ ਵਿੱਚ ਵੱਡੀ ਤਾਦਾਦ 'ਚ ਮਰੇ ਤੋਤੇ ਮਿਲਣ ਨਾਲ ਦਹਿਸ਼ਤ ਫੈਲ ਗਈ। ਦਰਅਸਲ ਇਹ ਤੋਤੇ ਬੇਹੋਸ਼ ਹੋਣ ਤੋਂ ਬਾਅਦ ਦਰਖਤਾਂ ਤੋਂ ਹੇਠਾਂ ਡਿੱਗ ਰਹੇ ਸਨ ਅਤੇ ਬਾਅਦ 'ਚ ਦਮ ਤੋੜ ਰਹੇ ਸਨ। ਕੁਝ ਕੁੱਤੇ ਇਹਨਾਂ ਮਰਿਆਂ ਹੋਇਆਂ ਤੋਤਿਆਂ ਨੂੰ ਚੁੱਕ ਕੇ ਲਿਜਾ ਰਹੇ ਸਨ। ਜਦ ਮਾਰਕੀਟ ਕਮੇਟੀ ਦੇ ਚੌਕੀਦਾਰ ਨੇ ਇਹ ਵੇਖਿਆ ਤਾਂ ਉਸਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਉਪਰੰਤ ਵੈਟਰਨਰੀ ਡਾਕਟਰਾਂ ਦੀ ਟੀਮ ਮੌਕੇ ਤੇ ਪਹੁੰਚ ਗਈ। ਇਸ ਟੀਮ ਨੇ ਬੜੀ ਹੀ ਸਾਵਧਾਨੀ ਨਾਲ ਮਰੇ ਹੋਏ ਤੋਤਿਆਂ ਨੂੰ ਇਕੱਠਾ ਕੀਤਾ। ਹੁਣ ਇਹਨਾਂ ਤੋਤਿਆਂ ਨੂੰ ਜਾਂਚ ਲਈ ਜਲੰਧਰ ਦੀ ਲੈਬੋਰੇਟਰੀ 'ਚ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਤੋਤਿਆਂ ਦੀ ਮੌਤ ਬਰਡ ਫਲੂ ਕਾਰਨ ਹੋਈ ਹੈ ਜਾਂ ਕਿਸੇ ਹੋਰ ਬਿਮਾਰੀ ਕਾਰਨ ਇਹ ਆਪਣੀ ਜਾਨ ਗਵਾ ਰਹੇ ਨੇ। ਇਸ ਵਾਰੀ ਆਪਾਂ ਪਰਸੋਂ ਦੇ ਪਸ਼ੂ ਬਰਡ ਮਰ ਰਹੇ ਨੇ ਤੇ ਅੱਜ ਸਾਨੂੰ ਰਿਪੋਰਟ ਮਿਲੀ 10:30 ਵਜੇ ਇੱਥੇ ਤੋਤੇ ਮਰ ਗਏ 20-25 ਤੇ ਅਸੀਂ ਅਗਰ ਟੀਮ ਲੈ ਕੇ ਮੈਨੂੰ ਦੱਸਿਆ ਤੇ ਡਾਕਟਰ ਨੇ ਟੀਮ ਬਣਾਈ। ਮੈਂ ਸਾਰੇ ਪਹਿਲਾਂ ਵੀ ਅਸੀਂ ਇਹ ਤਹਿਤ ਵਜੋਂ ਏਰੀਆ ਜਾ ਰਹੇ ਵਿਜ਼ਿਟ ਕਰ ਰਹੇ ਹਾਂ, ਜਿਵੇਂ ਸਾਰਾ ਆ ਰਿਹਾ ਫਲੂ ਦਾ ਤੇ ਪਰ ਹੁਣ ਇਹ ਜੋ ਮਰੇ ਨੇ ਇਹ ਅਸੀਂ ਲੈਬੋਰਟਰੀ 'ਚ ਭੇਜ ਰਹੇ ਹਾਂ ਜਲੰਧਰ ਜੀ, RDD ਜਲੰਧਰ। ਉਹ ਤੋਂ ਬਾਅਦ ਹੀ ਪਤਾ ਲੱਗੂ ਕੀ ਕਾਰਨ ਆ, ਕੀ ਗੱਲਬਾਤ ਆ। ਕਿਉਂਕਿ ਸ਼ੱਕ ਕੀ ਜਤਾਇਆ ਜਾ ਰਿਹਾ ਪਹਿਲੇ ਤੌਰ ਤੇ? ਸ਼ੱਕ ਤਾਂ ਜੀ ਜੋ ਚੱਲੇ ਬਾਹਰੋਂ ਸਾਨੂੰ ਤਾਂ ਐਂ ਵੀ ਫਲੂ ਆਪਾਂ ਰੂਲ ਆਊਟ ਕਰੀਏ ਵੀ ਪੋਇਜ਼ਨਿੰਗ ਵੀ ਹੋ ਸਕਦਾ ਜੀ, ਵੀ ਪੋਇਜ਼ਨਿੰਗ ਹੋਵੇ, ਇਨਸੈਕਟਿਸਾਈਡ ਪੋਇਜ਼ਨਿੰਗ ਆ, ਇਕੱਲੇ ਤੋਤੇ ਮਰੇ ਨੇ ਇੱਥੇ। ਬਾਕੀ ਏਰੀਏ 'ਚ ਕੋਈ ਕੇਸ ਨਹੀਂ ਆ ਰਿਹਾ ਜੀ, ਕਿਸੇ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਆਇਆ ਹਾਲੇ ਤੱਕ ਵੀ ਤਾਂ ਕਿ ਪਤਾ ਲੱਗ ਜਾਏ। ਕਿੰਨੇ ਦੇ ਕਰੀਬ ਇਹ ਪੰਛੀ ਤੋਤੇ ਮਰੇ ਹੈਗੇ ਆ? 25-30 ਕਹਿੰਦੇ ਕੱਲ੍ਹ ਤੱਕ। ਕੁਛ ਕਹਿੰਦੇ ਕੁੱਤੇ ਲੈ ਗਏ ਕੱਲ੍ਹ। ਅੱਜ ਫਿਰ ਮੈਂ ਕਿਹਾ ਵੀ ਇਹਨਾਂ ਨੂੰ ਡਿਊਟੀ ਲਾਈ ਬੰਦੇ ਦੀ, ਤੁਸੀਂ ਕੁੱਤੇ ਨੂੰ ਨਾ ਲਵੇ ਲੱਗਣ ਦਿਓ ਕਿਸੇ ਨੂੰ। ਦੱਸ ਦਈਏ ਕਿ ਅਜੇ ਤੱਕ ਪੰਜਾਬ ਵਿੱਚ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ, ਪਰ ਹੁਣ ਇਹਨਾਂ ਤੋਤਿਆਂ ਦੇ ਮਰਨ ਨਾਲ ਦਹਿਸ਼ਤ ਫੈਲ ਗਈ ਹੈ। ਫਿਲਹਾਲ ਜਾਂਚ ਤੋਂ ਬਾਅਦ ਹੀ ਤੋਤਿਆਂ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ। ਕਾਨੂੰਨ ਰੱਦ ਕਰਨ ਤੋਂ ਸਰਕਾਰ ਨੇ ਕੀਤੀ ਕੋਰੀ ਨਾ। ਹੁਣ 15 ਜਨਵਰੀ ਨੂੰ ਹੋਵੇਗੀ ਅਗਲੇ ਗੇੜ ਦੀ ਗੱਲਬਾਤ। ਅਬੋਹਰ 'ਚ ਕਿਸਾਨਾਂ ਨੇ ਭਾਜਪਾ ਦੀ ਬੈਠਕ ਦਾ ਕੀਤਾ ਘਿਰਾਓ। ਆਮੋ ਸਾਹਮਣੇ ਹੋਏ ਕਿਸਾਨ ਤੇ ਭਾਜਪਾ ਆਗੂਆਂ ਵਿਚਾਲੇ ਹੋਈ ਨਾਅਰੇਬਾਜ਼ੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸੰਭਾਲੇ ਹਾਲਾਤ। ਮਨਪ੍ਰੀਤ ਬਾਦਲ ਨੇ ਸਰਕਾਰ ਨੂੰ ਖੇਤੀ ਕਾਨੂੰਨ 6 ਮਹੀਨੇ ਲਈ ਠੰਡੇ ਬਸਤੇ 'ਚ ਪਾਉਣ ਦਾ ਦਿੱਤਾ ਸੁਝਾਅ। ਉਧਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਮੋਦੀ ਸਰਕਾਰ ਤੋਂ ਕੋਈ ਉਮੀਦ ਨਹੀਂ, ਅਦਾਲਤ ਤੋਂ ਹੀ ਮਿਲ ਸਕਦਾ ਹੈ ਕਿਸਾਨਾਂ ਨੂੰ ਇਨਸਾਫ। ਟੋਲ ਪਲਾਜ਼ਿਆਂ ਤੇ ਕਿਸਾਨ ਅੰਦੋਲਨ ਦਾ ਅਸਰ ਸ਼ੁਰੂ। ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਤੇ ਕੰਪਨੀ ਨੇ ਬਿਨਾਂ ਨੋਟਿਸ ਅਤੇ ਤਨਖਾਹ ਦਿੱਤੇ ਕੱਢੇ ਮੁਲਾਜ਼ਮ। ਭੜਕੇ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਕੀਤੀ ਨਾਅਰੇਬਾਜ਼ੀ। ਅਤੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬੇਬੇ ਮਹਿੰਦਰ ਕੌਰ ਨੇ ਕੀਤਾ ਕੰਗਣਾ ਰਣੌਤ ਤੇ ਮਾਣਹਾਨੀ ਦਾ ਕੇਸ। ਕੰਗਣਾ ਨੇ ਬੇਬੇ ਤੇ ਕੀਤੀ ਸੀ ਟਵਿੱਟਰ ਤੇ ਵਿਵਾਦਿਤ ਟਿੱਪਣੀ। ਇਸ ਮਾਮਲੇ 'ਚ ਦਲਜੀਤ ਦੋਸਾਂਝ ਨਾਲ ਵੀ ਹੋਈ ਸੀ ਕੰਗਣਾ ਦੀ ਝੜਪ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ।